ਦੋਸਤੋ ਵੇਲੇ ਦੀ ਗੱਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਕੱਲ੍ਹ ਦੇਸ਼ ਦੇ ਕਈ ਹਿੱਸਿਆਂ 'ਚ ਫਿਰਕੂ ਹਿੰਸਾ ਅਤੇ ਉਹਨਾਂ ਦੇ ਉੱਤੇ ਸਰਕਾਰੀ ਕਾਰਵਾਈ ਦੇ ਮਸਲਾ ਹੈ ਜਿਹੜਾ ਉਹ ਕਾਫੀ ਭਖਿਆ ਹੋਇਆ। ਇਹਦੀ ਆਵਾਜ਼ ਅਮਰੀਕਾ 'ਚ ਵੀ ਗੂੰਜੀ ਹੈ। ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉੱਥੇ ਗਏ ਤਾਂ ਉੱਥੇ ਇੱਕ ਇਹ ਗੱਲ ਚੱਲ ਰਹੀ ਹੈ ਕਿ ਭਾਰਤ ਨੂੰ ਜਿਹੜਾ ਅਮਰੀਕਾ ਦਾ ਧਾਰਮਿਕ ਆਜ਼ਾਦੀ ਵਾਲਾ ਕਮਿਸ਼ਨ ਹੈ ਉਹ ਕਹਿੰਦਾ ਵੀ ਭਾਰਤ ਨੂੰ ਲਾਲ ਸੂਚੀ 'ਚ ਪਾਇਆ ਜਾਵੇ। ਇਹ ਲਾਲ ਸੂਚੀ ਕੀ ਹੈ ਅਤੇ ਇਹਦੇ ਪੈਣ ਨਾਲ ਭਾਰਤ 'ਤੇ ਕੀ ਅਸਰ ਹੋਊਗਾ, ਇਹਦੇ ਬਾਰੇ ਗੱਲਬਾਤ ਕਰਨੀ ਸਾਡੇ ਨਾਲ ਨੇ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਇਹ ਲਾਲ ਸੂਚੀ ਕੀ ਹੈ ਅਤੇ ਇਹ ਜੇ ਪੈ ਜਾਂਦੀ ਹੈ ਤਾਂ ਇਹਦਾ ਭਾਰਤ 'ਤੇ ਕੀ ਅਸਰ ਪਊਗਾ? ਅਸਲ ਦੇ ਵਿੱਚ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਜਿਵੇਂ ਅਮਰੀਕਾ ਇੱਕ ਪਾਵਰਫੁਲ ਦੇਸ਼ ਹੋਣ ਦੇ ਕਰਕੇ ਉਹ ਕਹਿੰਦਾ ਆਪਾਂ ਨਜ਼ਰ ਰੱਖਦੇ ਹਾਂ ਸਾਰਿਆਂ 'ਤੇ, ਜਿਹੋ ਜਿਹੇ ਵੀ ਮਾਮਲੇ ਨੇ। ਭਾਰਤ ਦੀ ਇਹ ਇੱਕ ਸਾਈਡ ਹੁੰਦੀ ਹੈ ਹਮੇਸ਼ਾ ਕਿ ਅਸੀਂ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਲੋਕਤੰਤਰ ਹੈ। ਸਾਡੇ ਮਨੁੱਖੀ ਅਧਿਕਾਰਾਂ ਦਾ, ਸਾਡੇ ਇੱਕ ਸੰਵਿਧਾਨਕ ਦਾਇਰੇ ਦੀ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ। ਰੂਲ ਆਫ ਲਾ ਹੈ, ਸਾਡੇ ਕਾਨੂੰਨ ਦੀਆਂ ਨਜ਼ਰਾਂ 'ਚ ਉਹਦੇ ਮੁਤਾਬਕ ਸ਼ਾਸਨ ਚੱਲਦਾ। ਪਰ ਜਦੋਂ ਵੀ ਦੁਨੀਆ ਪੱਧਰ ਦੇ ਵਿੱਚ ਇਹ ਦੇਖਿਆ ਜਾਂਦਾ ਕਿਤੇ ਕਿ ਧਾਰਮਿਕ ਤੌਰ 'ਤੇ ਆਜ਼ਾਦੀ ਦੇ ਮਾਮਲੇ ਦੇ ਵਿੱਚ ਕਿੱਥੇ ਕਿੰਨੀ ਕੁ ਆਜ਼ਾਦੀ ਹੈ, ਕੀ ਉਹਨਾਂ ਨੂੰ ਆਪਣੇ ਆਪ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਰਸਤੇ ਦੇ ਵਿੱਚ ਕੋਈ ਸਟੇਟ ਦਖਲ ਦਿੰਦਾ ਹੈ, ਨਹੀਂ ਦਿੰਦਾ, ਜਾਂ ਕਿਸੇ ਖਾਸ ਧਰਮ ਨੂੰ ਪ੍ਰਮੋਟ ਕਰਦਾ ਸਟੇਟ ਜਾਂ ਦੂਜੇ ਨੂੰ ਦਬਾਉਂਦਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਕੈਟਾਗਰੀ ਤੈਅ ਕਰਦੇ ਨੇ। ਕੈਟਾਗਰੀ ਤੈਅ ਕਰਦੇ ਨੇ ਕਿ ਕਿਹੜਾ ਗਰੀਨ ਦੇ ਵਿੱਚ ਹੈ, ਕਿਹੜਾ ਕਿਸੇ ਜਾਂ ਜਿਹੜਾ ਰੈੱਡ ਸੂਚੀ 'ਚ ਚਲਾ ਜਾਂਦਾ ਹੈ। ਉੱਥੇ ਬੜਾ ਕਮਿਸ਼ਨ 'ਚ ਡਿਸਕਸ਼ਨਾਂ ਹੁੰਦੀਆਂ ਨੇ। ਕਮਿਸ਼ਨ ਵੀ ਆਪਣੇ ਆਪ 'ਚ ਨਹੀਂ ਪਾ ਸਕਦਾ, ਉੱਥੇ ਦੇ ਫੋਰਨ ਮਿਨਿਸਟਰੀ ਕੋਲ ਜਾਂਦਾ ਹੈ। ਫੋਰਨ ਮਿਨਿਸਟਰੀ ਜਿਹਨੂੰ ਮਤਲਬ ਇਹ ਹਰੀ ਝੰਡੀ ਦਿੰਦੀ ਹੈ ਲਾਲ ਸੂਚੀ ਵਾਲੀ, ਤਾਂ ਉਹ ਲਾਲ ਸੂਚੀ ਦੇ ਵਿੱਚ ਪੈਂਦਾ। ਉਹ ਲਾਲ ਸੂਚੀ ਦਾ ਮਤਲਬ ਇਹ ਹੈ ਕਿ ਇਹ ਦੇਸ਼ ਧਾਰਮਿਕ ਆਜ਼ਾਦੀ ਦੇ ਤੌਰ 'ਤੇ ਮਤਲਬ ਸਹੀ ਦੇਸ਼ ਨਹੀਂ ਹੈ, ਔਰ ਇੱਥੇ ਧਾਰਮਿਕ ਆਜ਼ਾਦੀ ਲਗਾਤਾਰ ਖਤਮ ਕੀਤੀ ਜਾ ਰਹੀ ਹੈ। ਔਰ ਇਸ ਕਰਕੇ ਜੇ ਧਾਰਮਿਕ ਆਜ਼ਾਦੀ ਨਹੀਂ ਹੈ ਤਾਂ ਦੂਜੇ ਪਰਸੈਪਸ਼ਨ ਗੇਮ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਅਕਸ ਵਿਗੜਦਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਔਰ ਕਿਹਾ ਇਹ ਗਿਆ ਕਿ ਇੱਦੋਂ 2 ਵਾਰ ਪਹਿਲਾਂ ਕਮਿਸ਼ਨ ਵੱਲੋਂ ਤਾਂ ਇਹ 2 ਵਾਰ ਮਤਲਬ ਤਜਵੀਜ਼ ਜਾ ਚੁੱਕੀ ਹੈ ਵਿਦੇਸ਼ ਮੰਤਰਾਲੇ ਕੋਲ, ਅਮਰੀਕਾ ਦੇ ਕੋਲ, ਔਰ 2 ਵਾਰ ਉਹਨਾਂ ਨੇ ਰੱਦ ਕਰਤਾ। ਉਹਦਾ ਕਾਰਨ ਇਹ ਹੈ ਕਿ ਹੋਰਾਂ ਕਾਰਨਾਂ ਕਰਕੇ ਵੀ ਰੱਦ ਹੋ ਗਿਆ, ਕਿਉਂਕਿ ਜਿਹੜਾ ਇਹ ਖਿੱਤਾ ਹੈ ਦੱਖਣੀ ਏਸ਼ੀਆ ਦਾ, ਇਹਦੇ ਵਿੱਚ ਵੀ ਭਾਰਤ ਦਾ ਇੱਕ ਆਪਣਾ ਰੋਲ ਹੈ। ਖਾਸ ਤੌਰ 'ਤੇ ਪਰਮਾਣੂ ਮਾਮਲੇ ਦੇ ਵਿੱਚ ਭਾਰਤ ਸਟ੍ਰੈਟਜਿਕ ਉਹਦਾ ਅਲਾਈ ਬਣ ਗਿਆ ਸੀ, ਉਹਦੇ ਨਾਲ ਸਹਿਯੋਗੀ ਬਣ ਗਿਆ ਸੀ। ਇੱਥੇ ਚਾਈਨਾ ਦੇ ਮਾਮਲੇ 'ਚ ਭਾਰਤ ਦੀ ਲੋੜ ਹੈ, ਅਫਗਾਨਿਸਤਾਨ ਦੇ ਮਾਮਲੇ 'ਚ ਭਾਰਤ ਦੀ ਲੋੜ ਹੈ, ਕਿਉਂਕਿ ਪਾਕਿਸਤਾਨ ਤਾਂ ਹੁਣ ਪਿਛਲੇ ਕੁਝ ਸਮੇਂ ਤੋਂ, ਜਿਵੇਂ ਐਤਕੀ ਇਮਰਾਨ ਨੇ ਤਾਂ ਸਿੱਧਾ ਹੀ ਕਹਿਤਾ, ਥੋੜ੍ਹਾ ਜਿਵੇਂ ਚਾਈਨਾ ਨਾਲ ਜਾ ਰਿਹਾ ਅਮਰੀਕਾ ਦੇ ਮਾਮਲੇ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਦੇ ਕਰਕੇ ਸ਼ਾਇਦ ਉਹਨਾਂ ਨੇ ਨਹੀਂ ਕਿਹਾ। ਜੇ ਥੋੜ੍ਹਾ ਬਹੁਤਾ ਵੀ ਇੱਧਰ ਉੱਧਰ ਹੁੰਦਾ ਤਾਂ ਹੁਣ ਤੱਕ ਸ਼ਾਇਦ ਇਹ ਰੈੱਡ ਸੂਚੀ 'ਚ ਚਲਾ ਜਾਂਦਾ। ਉਹਦਾ ਮਤਲਬ ਇਹ ਹੈ, ਉਹਨਾਂ ਦਾ ਇਹ ਕਹਿਣਾ ਕਿ ਜਿਵੇਂ ਚੀਨ ਨੂੰ ਉਹਨਾਂ ਨੇ ਰੱਖਿਆ ਹੋਇਆ ਲਾਲ ਸੂਚੀ 'ਚ, ਪਾਕਿਸਤਾਨ ਨੂੰ ਵੀ ਰੱਖਿਆ ਹੋਇਆ ਚਾਹੇ ਉਹਦੇ ਨਾਲ ਲੜਾਈ ਸੀ, ਸਾਊਦੀ ਅਰਬ ਨੂੰ ਵੀ ਰੱਖਿਆ ਹੋਇਆ, ਵੱਖ-ਵੱਖ ਲੋਕਾਂ ਨੂੰ ਵੀ ਇੱਥੇ ਮਤਲਬ ਖਤਰੇ 'ਚ ਨੇ ਧਾਰਮਿਕ ਆਜ਼ਾਦੀਆਂ ਜਿਹੜੀਆਂ ਵੀ ਵੱਖ-ਵੱਖ ਮਾਮਲੇ ਦੇ ਵਿੱਚ ਨੇ। ਹੁਣ ਜਿਹੜਾ ਇਹਨਾਂ 'ਚ ਚਰਚਾ ਹੋਈ ਆ ਦੋਨੋਂ ਵਿਦੇਸ਼ ਮੰਤਰੀਆਂ 'ਚ, ਐਂਟਨੀ ਬਲਿੰਕਨ ਜਿਹੜਾ ਉੱਥੋਂ ਦਾ ਵਿਦੇਸ਼ ਮੰਤਰੀ ਹੈ ਅਤੇ ਸਾਡਾ ਜੈ ਸ਼ੰਕਰ ਦੇ ਵਿੱਚ, ਉਹਨਾਂ ਨੇ ਉਹ ਖਾਸ ਦਿਨਾਂ ਦੀ ਗੱਲ ਹੈ ਜਿਹੜੇ ਦਿਨਾਂ 'ਚ ਮੱਧ ਪ੍ਰਦੇਸ਼ ਸਮੇਤ ਰਾਮਨਵਮੀ ਵਾਲੇ ਦਿਨ 4 ਥਾਵਾਂ 'ਤੇ ਕਲੈਸ਼ ਹੋਏ ਨੇ, ਇਨਕਲੂਡਿੰਗ JNU ਅਤੇ ਬਾਕੀ ਰਾਜਾਂ ਦੇ ਵਿੱਚ। ਇਸ 'ਤੇ ਖਾਸ ਤੌਰ ਦੇ ਉੱਤੇ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਉਹ ਬੰਦਿਆਂ ਦੇ ਜਿਹੜੇ ਇਹਨਾਂ ਨੇ ਕੀਤਾ ਵੀ ਕੁਝ ਪਿੰਨ ਪੁਆਇੰਟ ਕੀਤੇ ਨੇ ਕਿ ਉਹ ਵੀ ਵਿੱਚ ਸ਼ਾਮਲ ਸੀਗੇ, ਉਹਨਾਂ ਦੇ ਘਰ 'ਤੇ ਦੁਕਾਨਾਂ ਵੀ ਢਾਹਤੀਆਂ। 2 ਅਖਬਾਰਾਂ ਨੇ ਇਹਨੂੰ ਕੋਟ ਕੀਤਾ ਕਿ 45 ਤੋਂ 50 ਤੱਕ ਘਰ ਅਤੇ ਦੁਕਾਨਾਂ ਢਾਹ ਦਿੱਤੀਆਂ ਗਈਆਂ ਨੇ। ਔਰ ਉੱਥੋਂ ਦਾ ਕਮਿਸ਼ਨਰ ਕੋਟ ਕੀਤਾ ਜੋ ਸ਼ਹਿਰ ਦਾ, ਉਹ ਕਹਿੰਦਾ ਵੀ ਹਾਂ ਅਸੀਂ ਜਿਨ੍ਹਾਂ ਨੇ ਇਸ ਕੰਮ ਲਈ ਦੰਗੇ ਭੜਕਾਉਣ ਦੀ ਟਰਾਈ ਕੀਤੀ ਆ ਉਹਨਾਂ ਦੇ ਘਰ 'ਤੇ ਉਹ ਵੀ ਢਾਹੇ ਨੇ। ਉਹਨਾਂ ਘਰਾਂ ਦੇ ਵਿੱਚ ਕਈ ਘਰ ਇਹੋ ਜਿਹੇ ਵੀ ਸੀ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣੇ ਹੋਏ ਨੇ। ਉਹ ਕਹਿ ਰਿਹਾ ਪ੍ਰਸ਼ਾਸਨ ਵੀ ਇਹ ਗੈਰ ਕਾਨੂੰਨੀ ਬਣੇ ਥਾਵਾਂ ਦੇ ਉੱਤੇ ਸੀ, ਤਾਂ ਪਹਿਲਾਂ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਕਿਵੇਂ ਬਣਾਇਆ? ਜਦੋਂ ਸਵਾਲ ਇਹ ਪੁੱਛਿਆ ਜਾਂਦਾ ਫਿਰ ਕਿ ਇੱਕੋ ਹੀ ਧਰਮ ਨਾਲ ਸੰਬੰਧਿਤ ਕਿਉਂ ਢਾਹ ਰਹੀਆਂ ਨੇ ਉਹ? ਅਤੇ ਦੂਜੀ ਗੱਲ ਜਦੋਂ ਇਹ ਪੁੱਛੀ ਜਾਂਦੀ ਹੈ ਕਿ ਕੀ ਢਾਉਣ ਦੇ ਲਈ ਕਿਸੇ ਕੋਰਟ ਦਾ ਆਰਡਰ ਹੈ, ਤੁਸੀਂ ਕਿਸੇ ਕੋਰਟ 'ਚ ਗਏ ਹੋਵੋਗੇ, ਪ੍ਰਸ਼ਾਸਨ ਨੂੰ ਕੀ ਸਾਰੇ ਸਵਾਲ ਨੇ। ਇਹਨਾਂ ਦੇ ਸਵਾਲ ਕੋਈ ਤਸੱਲੀ ਬਖਸ਼ ਮਤਲਬ ਨਹੀਂ ਹੈ। ਉੱਥੋਂ ਦਾ ਮੈਂਬਰ ਪਾਰਲੀਮੈਂਟ ਵੀ ਇਹਦੀ ਵਕਾਲਤ ਕਰਦਾ ਢਾਇਆ ਤਾਂ ਠੀਕ ਹੈ, ਉੱਥੋਂ ਦਾ ਕਮਿਸ਼ਨਰ ਵੀ ਇਹ ਕਹਿ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਰਲਾ ਬਣਾ ਕੇ ਕੀ ਕਹਿੰਦੀਆਂ ਨੇ, ਰਲਾ ਬਣਾ ਕੇ ਇਹ ਕਹਿੰਦੀਆਂ ਕਿ ਇੱਕ ਪਰਟੀਕੂਲਰ ਭਾਈਚਾਰੇ ਦੇ ਖਿਲਾਫ ਸੱਤਾਧਾਰੀ ਧਿਰ ਅਤੇ ਉਹਦੇ ਨਾਲ ਜੁੜੇ ਹੋਏ ਸਾਰੇ ਲੋਕ ਉਹ ਇਕੱਠੇ ਮਤਲਬ ਐਕਟ ਕਰ ਰਹੇ ਨੇ,
ਇਕੱਠੇ ਜਿਵੇਂ ਉਸ ਲੈਵਲ ਤੇ ਹੁਣ ਜਿੰਨੇ ਪਰਚੇ ਚ ਜਿਹੜੇ ਨਾਮ ਨੇ 250-300 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ, ਤੇ ਦੂਜਾ ਇੱਕ ਸਾਈਡ ਦੇ ਹੀ ਸਾਰੇ ਇੱਕੋ ਰਿਲੀਜਨ ਦੇ ਇੱਕੋ ਸਾਈਡ ਦੇ ਨੇ। ਜੇ ਦੰਗਾ ਹੁੰਦਾ ਕਿਤੇ ਨਾ ਕਿਤੇ, ਜਿਹਨੂੰ ਅਸੀਂ ਕਹਿੰਦੇ ਰਾਈਟ ਦਾ, ਜਾਂ ਦੰਗਾ ਨਾ ਕਹੋ ਫਿਰ ਕਤਲੇਆਮ ਕਹੋ। ਕਤਲੇਆਮ ਹੁੰਦਾ ਜਿਵੇਂ 84 ਦਾ ਸੀ ਸਿੱਖਾਂ ਦਾ, ਜਿਹਨੂੰ ਲੋਕ ਇਹ ਕਹਿੰਦੇ ਨੇ ਕਿ ਸਟੇਟ ਦੀ ਸਹਿ ਨਾਲ ਵਨ ਸਾਈਡਡ ਹੋਇਆ, ਕਿਉਂਕਿ ਦੂਜੀ ਸਾਈਡ ਤੋਂ ਤਾਂ ਕਿਸੇ ਨੇ ਕੁਝ ਮਾਰਿਆ ਹੀ ਨਹੀਂ ਕਿਸੇ ਨੇ, ਦੂਜੀ ਸਾਈਡ ਤੋਂ ਤਾਂ ਕੋਈ ਹੋਇਆ ਹੀ ਨਹੀਂ, ਅਟੈਕ ਹੀ ਇੱਕ ਸਾਈਡ ਤੇ ਹੋਇਆ। ਜੇ ਦੋ ਸਾਈਡ ਤੇ ਮਤਲਬ ਦੰਗਾ ਹੁੰਦਾ ਔਰ ਰੂਲਿੰਗ ਪਾਰਟੀ ਖਾਸ ਤੌਰ 'ਤੇ ਦੂਜੀ ਸਾਈਡ ਨੂੰ ਪ੍ਰਮੋਟ ਕਰਦੀ ਹੈ, ਤਾਂ ਵਿਤਕਰੇ ਦੀ ਭਾਵਨਾ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਔਰ ਵਿਤਕਰਾ ਹਮੇਸ਼ਾ ਹੀ ਮਤਲਬ ਮਨੁੱਖੀ ਅਧਿਕਾਰਾਂ ਦਾ ਜਿਹੜਾ ਇੱਕ ਦਾਇਰਾ ਆਉਂਦਾ ਹੈ, ਉਹਦੇ 'ਚ ਨੋਟ ਔਰ ਕੋਟ ਤਾਂ ਕੀਤਾ ਹੀ ਜਾਂਦਾ ਕਿ ਇਹ ਗੱਲਾਂ ਤੁਸੀਂ ਇਸ ਲੈਵਲ ਦੇ ਉੱਤੇ ਕਰ ਰਹੇ ਹੋ। ਇਸੇ ਸਾਰੇ ਮਾਹੌਲ ਦੇ ਵਿੱਚ ਬਣਦਾ ਇਹ ਤੋਂ ਪਹਿਲਾਂ ਦੋ ਵੱਡੀਆਂ ਰਿਪੋਰਟਾਂ ਆਈਆਂ ਸੀ ਜਿਹੜੀਆਂ ਇੱਧਰ ਨੂੰ ਲਿਜਾ ਰਹੀਆਂ ਸੀ ਕਹਾਣੀ ਨੂੰ। ਪਹਿਲੀ ਰਿਪੋਰਟ ਇਹ ਆਈ ਸੀ ਕਿ ਭਾਰਤ ਹੁਣ ਪੂਰੀ ਤਰ੍ਹਾਂ ਆਜ਼ਾਦ ਦੇਸ਼ ਨਹੀਂ, ਅਰਧ ਆਜ਼ਾਦ ਦੇਸ਼ ਹੋ ਗਿਆ। ਇੱਕ ਰਿਪੋਰਟ ਦੇ ਵਿੱਚ ਇਹ ਟੈਗ ਜਿਹੜਾ ਆਇਆ ਸੀ ਉਹ ਵੀ ਕ੍ਰੈਡੀਬਲ ਏਜੰਸੀ ਦਾ ਸਵਾਲ ਸੀ। ਦੂਜੀ ਰਿਪੋਰਟ ਦੇ ਵਿੱਚ ਇਹ ਆਇਆ ਸੀ ਕਿ ਇਲੈਕਟੋਰਲ ਡੈਮੋਕ੍ਰੇਸੀ ਦੇ ਵਿੱਚ ਵੀ, ਚੁਣਾਵੀ ਜਿਹੜੀ ਜਮਹੂਰੀਅਤ ਹੈ ਉਹਦੇ ਵਿੱਚ ਵੀ ਭਾਰਤ ਇੱਕ ਐਲੀਟ ਕਿਸਮ ਦੀ ਜਮਹੂਰੀਅਤ ਹੈ, ਮਤਲਬ ਚੋਣ ਦੀ ਗੱਲ ਕਰਦਾ। ਇਹ ਡੈਮੋਕ੍ਰੇਸੀ ਰੀਅਲ ਸੈਂਸ 'ਚ ਕਿ ਲੋਕਾਂ ਤੱਕ ਜਾਵੇ ਉਹਦੀ ਗੱਲ ਨਹੀਂ ਕਰਦਾ। ਔਰ ਇਹ ਵੱਡੇ ਸਾਰੇ ਮਸਲੇ ਸਾਡੇ ਸਾਹਮਣੇ ਨੇ। ਹਾਲਾਂਕਿ ਮੱਧ ਪ੍ਰਦੇਸ਼ ਵਾਲਾ ਮਸਲਾ ਤਾਂ ਸੁਪਰੀਮ ਕੋਰਟ 'ਚ ਵੀ ਵਿਚਾਰਿਆ ਜਾਣਾ 22 ਤਰੀਕ ਨੂੰ। ਔਰ ਤੁਸੀਂ ਦੇਖੋਗੇ ਦੂਜੀ ਗੱਲ ਇਹਦੇ ਨਾਲ ਇਹ ਸ਼ਾਮਲ ਹੁੰਦੀ ਆ ਕੇ ਕਿ ਜਿਹੜਾ ਹਰਿਦੁਆਰ ਦੇ ਵਿੱਚ ਧਰਮ ਸੰਸਦ ਲੱਗੀ ਸੀ, ਪਹਿਲਾਂ ਬੰਦੇ 'ਤੇ ਪਰਚਾ ਵੀ ਦਰਜ ਹੋਇਆ, ਦੂਜੇ ਪਾਸੇ ਫਿਰ ਉਹ ਦਿੱਲੀ 'ਚ ਉਹਨੇ ਉਹੀ ਦਿੱਤਾ। ਤਾਂ ਦਿੱਲੀ ਦੀ ਪੁਲਿਸ ਇਹ ਕਹਿ ਰਹੀ ਹੈ ਕਿ ਉਹਨੇ ਕੁਝ ਵੀ ਇਹੋ ਜਿਹਾ ਨਹੀਂ ਕਿਹਾ ਜਿਹਦੇ ਨਾਲ ਇਹ ਲੱਗੇ ਕਿ ਦੂਜੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਰਹੀ ਹੈ। ਅਤੇ ਦੂਜੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਕਿਉਂ ਨਹੀਂ ਹੋ ਰਹੀ? ਕਿਉਂਕਿ ਉਹ ਕਹਿੰਦਾ ਉਹਨੇ ਤਾਂ ਇੱਦਾਂ ਹੀ ਕਿਹਾ ਨਾ ਕਿ ਹਿੰਦੂ ਰਾਸ਼ਟਰ ਕਾਇਮ ਕਰਨਾ। ਹਿੰਦੂ ਰਾਸ਼ਟਰ ਕਾਇਮ ਕਰਨ ਦਾ ਮਤਲਬ ਦੂਜੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਤਾਂ ਕੱਲ੍ਹ ਨੂੰ ਫਿਰ ਮੁਸਲਿਮ ਕਹਿਣਗੇ ਮੈਂ ਅਸੀਂ ਵੀ ਮੁਸਲਿਮ ਰਾਸ਼ਟਰ ਹੋਰ ਪੈਦਾ ਕਰਨਾ ਹੈ, ਸਿੱਖ ਕਹਿਣਗੇ ਅਸੀਂ ਖਾਲਿਸਤਾਨ ਕਰਨਾ ਹੈ, ਤਾਂ ਇਹ ਫਿਰ ਇਤਰਾਜ਼ਯੋਗ ਨਹੀਂ ਹੈ ਨਾ। ਜਾਂ ਤਾਂ ਸਾਰੀਆਂ ਚੀਜ਼ਾਂ ਨੂੰ ਮੰਨਣਾ ਪਊਗਾ ਫਿਰ ਤੁਹਾਨੂੰ। ਜੇ ਕਾਨਸਟੀਟਿਊਸ਼ਨ ਦੀ ਗੱਲ ਹੈ, ਜੇ ਲਾਅ ਦੀ ਗੱਲ ਹੈ, ਜੇ ਲਾਅ ਦੀ ਵਿਆਖਿਆ ਇਹ ਹੈ ਜਿਹੜੀ ਵਿਆਖਿਆ ਉਹਦੇ ਭਾਸ਼ਣ 'ਚ ਪੁਲਿਸ ਕਮਿਸ਼ਨਰ ਕਰ ਰਹੀ ਹੈ, ਫਿਰ ਤਾਂ ਤੁਹਾਨੂੰ ਸਾਰੇ ਕਿਤੇ ਹੀ ਉਹ ਵਿਆਖਿਆ ਲਾਗੂ ਕਰਨੀ ਪਏਗੀ। ਜਦੋਂ ਇੱਕ ਸੈਕਸ਼ਨ ਦੇ ਮਾਮਲੇ 'ਚ ਤੁਹਾਡੀ ਵਿਆਖਿਆ ਹੋਰ ਹੈ, ਦੂਜੇ 'ਚ ਹੋਰ ਹੈ, ਤਾਂ ਇਹ ਗੱਲਾਂ ਫਿਰ ਉਸ ਲੈਵਲ ਦੇ ਉੱਤੇ ਕੰਮ ਨਹੀਂ ਕਰਦੀਆਂ, ਬਦਲ ਜਾਂਦੀਆਂ ਨੇ। ਕੁਛ ਉਹਨਾਂ ਦਿਨਾਂ ਦੇ ਵਿੱਚ ਹੀ ਜਦੋਂ ਇਹ ਗੱਲ ਹੋ ਰਹੀ ਹੈ ਦੋਨੇ ਵਿਦੇਸ਼ ਮੰਤਰੀਆਂ ਦੀ, 5 ਵੱਡੇ ਅਖਬਾਰਾਂ ਨੇ ਅੰਗਰੇਜ਼ੀ ਦੇ ਨੇ ਐਡੀਟੋਰੀਅਲ ਲਿਖਿਆ ਉਸੇ ਇਸ਼ੂ ਦੇ ਉੱਤੇ, ਖਾਸ ਤੌਰ ਦੇ ਉੱਤੇ ਕਿ ਕਿਵੇਂ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਲੰਘਣਾ, ਕਿਵੇਂ ਪ੍ਰਸ਼ਾਸਨਿਕ ਦਖਲ ਜਿਹੜਾ ਹੈ ਉਹ ਦੇਸ਼ ਦੇ ਵਿੱਚ ਵੰਡ ਪੈਦਾ ਕਰ ਰਿਹਾ ਹੈ, ਔਰ ਇਹਦੇ ਤੋਂ ਕਿਉਂ ਗੁਰੇਜ਼ ਕਰਨਾ ਚਾਹੀਦਾ। ਮੇਰੇ ਖਿਆਲ ਉਹਨਾਂ ਦਾ ਅਸਰ ਵੀ ਇੱਕ ਮੀਡੀਆ ਦਾ ਜਿਹੜੇ ਐਡੀਟੋਰੀਅਲ ਦਾ ਅਸਰ ਹੈ ਉਹ ਵੀ ਦਿਖਾਈ ਜੀ। ਟ੍ਰਿਬਿਊਨ ਦਾ ਐਡੀਟੋਰੀਅਲ ਵੀ ਉਹਨਾਂ ਨੇ ਕੋਟ ਕੀਤਾ, ਇੰਡੀਅਨ ਐਕਸਪ੍ਰੈਸ ਦਾ, ਟੈਲੀਗ੍ਰਾਫ ਦਾ, ਡੈਕਨ ਹਰਲਡ ਦਾ, ਇਹੋ ਜਿਹੇ 4-5 ਅਖਬਾਰਾਂ ਦਾ ਜਿਹੜਾ ਉਹ ਕੋਟ ਕਰਕੇ ਉਹਨਾਂ ਨੇ ਕਿਹਾ ਕਿ ਆਹ ਜਿਹੜੀਆਂ ਚੀਜ਼ਾਂ ਲਿਖੀਆਂ ਜਾਂ ਬਾਕੀ ਗਰਾਊਂਡ 'ਤੇ ਕੀਤੀਆਂ ਜਾ ਰਹੀਆਂ ਨੇ, ਤਾਂ ਇਹ ਉੱਧਰ ਲਾਲ ਸੂਚੀ ਵੱਲ ਨੂੰ ਵੱਧਦੇ ਕਦਮ ਜਿਹੜੇ ਦਿਖਾਈ ਦੇ ਰਹੇ ਨੇ। ਅਮੀਰ ਜੀ, ਇਸ ਮਸਲੇ ਦੇ ਉੱਤੇ ਆਪਣੇ ਕੈਨੇਡਾ ਦੇ ਜਿਹੜੇ ਬੜੇ ਪ੍ਰਭਾਵਸ਼ਾਲੀ ਨੇਤਾ ਨੇ, ਸਰਕਾਰ ਵੀ ਉਹਨਾਂ ਦੇ ਸਮਰਥਨਾਂ ਚੱਲ ਰਹੀ ਹੈ, ਟਰੂਡੋ ਉਹਨਾਂ ਦੀ, ਜਗਮੀਤ ਉਹਨਾਂ ਨੇ ਵੀ ਕੁਝ ਕਿਹਾ। ਉਹ ਕੀ ਕਿਹਾ ਉਹਨਾਂ ਨੇ? ਹਾਂ, ਜਗਮੀਤ ਡੈਮੋਕ੍ਰੇਟਿਕ ਪਾਰਟੀ ਦੇ ਉੱਥੇ ਮੁਖੀ ਵੀ ਨੇ ਅਤੇ ਸਰਕਾਰ ਉਹਨਾਂ ਦੇ ਨਾਲ ਮਿਲ ਕੇ ਕੈਨੇਡਾ ਦੇ ਵਿੱਚ ਚੱਲਦੀ ਹੈ। ਆਪਣੇ ਪੰਜਾਬ ਦੇ ਹੀ ਠੀਕਰੀ ਵਾਲਾ ਪਿੰਡ ਤੋਂ ਨੇ, ਬਰਨਾਲੇ ਦੇ ਨੇੜੇ। ਸੇਵਾ ਸਿੰਘ ਠੀਕਰੀ ਵਾਲੇ ਦੇ ਰਿਲੇਟਿਵ ਵੀ ਨੇ ਸ਼ਾਇਦ, ਕਿਉਂਕਿ ਸੇਵਾ ਸਿੰਘ ਠੀਕਰੀ ਵਾਲਿਆਂ ਨੂੰ ਜ਼ਿਆਦਾ ਲੋਕ ਜਾਣਦੇ ਨੇ ਇੱਥੇ ਜਦੋਂ ਪਲੇਗ ਪਈ ਹੈ, ਜਾਂ ਉਸ ਤੋਂ ਬਾਅਦ ਪਲੇਗ ਅਫਸਰ ਦੇ ਤੌਰ 'ਤੇ, ਜਾਂ ਅਕਾਲੀ ਮੋਰਚਿਆਂ ਦੇ ਵਿੱਚ ਉਹਨਾਂ ਦੀ ਸਮੂਲੀਅਤ ਦੇ ਤੌਰ 'ਤੇ। ਉਹਨੇ ਕਾਫੀ ਇਹ ਗੱਲ ਕਹੀ ਹੈ ਕਿ ਮੁਸਲਿਮਜ਼ ਦੇ ਪ੍ਰਤੀ ਜੋ ਐਟੀਚਿਊਡ ਭਾਰਤ ਸਰਕਾਰ ਲੈ ਰਹੀ ਹੈ, ਜਿਸ ਢੰਗ ਦਾ ਵਿਵਹਾਰ ਕਰ ਰਹੀ ਹੈ, ਸਾਨੂੰ ਚਿੰਤਾ ਹੈ ਮਤਲਬ ਇਸ ਸਾਰੇ ਮਾਮਲੇ ਦੇ ਵਿੱਚ। ਔਰ ਉਹ ਲਾਲ ਜਿਹੜੀ ਕੈਟਾਗਰੀ 'ਚ ਪਾਉਣ ਦਾ ਮਤਲਬ ਵੀ ਇਹ ਹੈ ਕਿ ਇੱਥੇ ਹਾਲਾਤ ਬਹੁਤ ਗੰਭੀਰ ਅਤੇ ਚਿੰਤਾਜਨਕ ਨੇ ਧਾਰਮਿਕ ਆਜ਼ਾਦੀ ਦੇ। ਇਹ ਕੈਟਾਗਰੀ ਕਦੀ ਲਿਖਿਆ ਜਾਂਦਾ ਹੈ। ਉਸੇ ਨੂੰ ਸਪੋਰਟ ਕਰਦਾ ਜਿਹੜਾ ਜਗਮੀਤ ਸਿੰਘ ਦਾ ਇਹ ਬਿਆਨ ਹੈ ਕਿ ਸਾਨੂੰ ਇਹ ਚਿੰਤਾ ਹੈ ਕਿ ਜਿਹੜਾ ਦੁਨੀਆ ਪੱਧਰ 'ਤੇ ਇੱਕ ਹਿਊਮਨ ਰਾਈਟਸ ਦਾ ਜਨਰਲ ਦਾਇਰਾ ਬਣਿਆ ਹੋਇਆ, ਦੁਨੀਆ ਪੱਧਰ ਦੇ ਵਿੱਚ ਇੱਕ ਦਾਇਰਾ ਹੈ ਜਿਹੜਾ ਨੂੰ ਅਸੀਂ ਸਾਰਿਆਂ ਨੇ ਪ੍ਰਵਾਨ ਕੀਤਾ, ਭਾਰਤ ਵੀ ਉਹਦਾ ਸਿਗਨੇਟਰੀ ਹੈ, ਮੈਂਬਰ ਹੈ, ਜਿਹਨੂੰ ਮਤਲਬ ਮਨੁੱਖੀ ਅਧਿਕਾਰਾਂ ਦਾ ਸਰਬ ਵਿਆਪਕ ਐਲਾਨਨਾਮਾ ਕਿਹਾ ਜਾਂਦਾ, ਜਿਹੜਾ ਮਤਲਬ UNO ਜਦੋਂ ਬਣੀ ਹੈ 24 ਅਕਤੂਬਰ 1945 ਨੂੰ, ਅਤੇ ਉਹਦੇ 'ਚ ਮਨੁੱਖੀ ਅਧਿਕਾਰਾਂ ਦਾ ਜਿਹੜਾ ਐਲਾਨਨਾਮਾ 10 ਦਸੰਬਰ 1948 ਨੂੰ ਪੂਰੀ ਡਿਬੇਟ ਤੋਂ ਬਾਅਦ ਜਿਹੜਾ ਮੰਨਿਆ ਗਿਆ ਸੀ ਕਿ ਆਹ ਮਨੁੱਖੀ ਅਧਿਕਾਰ ਹੁੰਦੇ ਨੇ ਸਾਰੇ ਜਿਹੜੇ ਹਿਊਮਨ ਸੁਸਾਇਟੀ ਦਾ ਮੈਂਬਰ ਹੋਣ ਦੇ ਨਾਤੇ, ਬਿਨਾਂ ਕਿਸੇ ਜਾਤ, ਧਰਮ, ਨਸਲ, ਬੋਲੀ, ਸੱਭਿਆਚਾਰ, ਇਹ ਸਾਰਿਆਂ ਨੂੰ ਇੱਕ ਸਾਈਡ 'ਤੇ ਛੱਡ ਕੇ ਜਿਹੜੇ ਉਹਨੂੰ ਹਾਸਲ ਹੋਣੇ ਚਾਹੀਦੇ ਨੇ, ਮਤਲਬ ਉਸ ਲੈਵਲ 'ਤੇ। ਉਹਨਾਂ ਉਸ ਡਾਇਰੈਕਸ਼ਨ ਦੇ ਵਿੱਚ ਉਹਦੇ ਪੈਮਾਨੇ ਦੇ ਆਧਾਰ 'ਤੇ ਜੋ ਕੁਝ ਹੋ ਰਿਹਾ, ਮਤਲਬ ਇਹਦੇ 'ਤੇ ਉਹਨਾਂ ਨੇ ਚਿੰਤਾ ਕਾਫੀ ਵਿਅਕਤ ਕੀਤੀ ਹੈ। ਔਰ ਜਗਮੀਤ ਦੇ ਚਿੰਤਾ ਕਰਨ ਦੇ ਨਾਲ ਇੱਕ ਗੱਲ ਹੋਰ ਸਾਡੇ ਨਾਲ ਵੀ ਜੁੜਦੀ ਆ ਕੇ ਫਿਰ ਇਹ
ਕਿ ਜਗਮੀਤ ਵੀ ਕਿਉਂਕਿ ਇੱਕ ਘੱਟ ਗਿਣਤੀ ਨਾਲ ਵੀ ਸੰਬੰਧਿਤ ਹੈ, ਪੂਰੇ ਦੁਨੀਆ ਦੇ ਵਿੱਚ ਵੀ ਔਰ ਦੇਸ਼ ਦੇ ਵਿੱਚ ਵੀ ਹੈ। ਅਤੇ ਸਾਡੇ ਇੱਕ ਇੱਥੇ ਜਿਹੜੀ ਘੱਟ ਗਿਣਤੀ ਹੈ, ਜੇ ਸਿੱਖ ਘੱਟ ਗਿਣਤੀ ਦੀ ਆਪਾਂ ਗੱਲ ਕਰੀਏ, ਉਹ ਵੀ ਤੁਸੀਂ ਬੋਲ ਰਹੀ ਬਹੁਤ ਵੱਡੇ ਪੱਧਰ ਦੇ ਉੱਤੇ। ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਦਾਅਵਾ ਕਰਦੀਆਂ ਨੇ ਕਿ ਅਸੀਂ ਘੱਟ ਗਿਣਤੀ ਦੇ ਲੰਬਰਦਾਰ ਹਾਂ, ਉਹਨਾਂ ਦੀ ਖਾਮੋਸ਼ੀ ਵੀ ਕੁਝ ਕਹਿੰਦੀ ਹੈ ਕਿ ਦੁਨੀਆ ਦੇ ਪੱਧਰ 'ਤੇ ਹਰ ਲੀਡਰ ਬੋਲੇ, ਸਾਡੇ ਦੇਸ਼ ਦੇ ਵਿੱਚੋਂ ਮਤਲਬ ਲੀਡਰਸ਼ਿਪ ਖਾਮੋਸ਼ ਹੋ ਜੇ ਉਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ, ਸਰਕਾਰ ਦੀ ਸਪੋਰਟ ਕਰੇ। ਇਹ ਵੀ ਨਾਲ ਉੱਡਾ ਹੀ ਵੱਡਾ ਚਿੰਤਾ ਦਾ ਕੁਐਸਚਨ ਹੈ। ਜਿਵੇਂ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ, ਸ਼੍ਰੋਮਣੀ ਅਕਾਲੀ ਦਲ ਜਿਹੜਾ ਗੁਰੂ ਸਾਹਿਬਾਨ ਦੀ ਉਹਦੇ 'ਤੇ ਚੱਲਣ ਦੀ ਗੱਲ ਕਰਦਾ, ਅਤੇ 1975 ਦੀ ਐਮਰਜੈਂਸੀ ਵਿੱਚ 19 ਮਹੀਨੇ ਮੋਰਚਾ ਲਾ ਕੇ ਰੱਖਿਆ। ਮੈਂ ਐਮਰਜੈਂਸੀ ਇਕੱਲੀ ਸਾਡੇ ਥੋੜ੍ਹੀ ਲੱਗੀ ਸੀ, ਸਾਰਿਆਂ 'ਤੇ ਸੀ, ਪਰ ਉਹਨੇ ਕਿਹਾ ਕਿ ਸਾਡੇ ਗੁਰੂ ਦਾ ਸਿਧਾਂਤ ਹੈ, ਜਿੱਥੇ ਵੀ ਜ਼ੁਲਮ ਹੋਊ ਅਸੀਂ ਉਹਦੇ ਖਿਲਾਫ। ਉਹ ਸਿਧਾਂਤ ਹੁਣ ਕਿੱਥੇ ਗਿਆ? ਉਹ ਸਿਧਾਂਤ ਦਾ ਕੁਐਸਚਨ ਹੈ ਕਿ ਉਹਨੂੰ ਇੱਥੇ ਨਹੀਂ ਬੋਲਣਾ। ਸ਼੍ਰੋਮਣੀ ਕਮੇਟੀ ਬੋਲੀ ਨਾ, ਜਥੇਦਾਰ ਅਕਾਲ ਤਖਤ ਬੋਲੇ ਨਾ, ਕੋਈ ਹੋਰ ਵੱਡੇ ਲੀਡਰਾਂ 'ਚੋਂ ਬੋਲੇ, ਛੋਟੇ ਮੋਟੇ ਲੋਕ ਸਾਰੇ ਬੋਲਦੇ ਨੇ। ਤਾਂ ਇਹ ਇੱਕ ਗੱਲ ਹੈ, ਤਾਂ ਹੀ ਲੋਕ ਉਹਨੂੰ ਧਿਆਨ ਦਿੰਦੇ ਨੇ ਜਗਮੀਤ ਸਿੰਘ ਨੇ ਕੀ ਕਿਹਾ, ਕਿਉਂਕਿ ਉਹ ਇੱਕ ਹੋਰ ਪੱਗ ਵਾਲਾ ਬੰਦਾ ਅਤੇ ਆਪਣੀ ਗੱਲ ਇੱਥੇ ਕਹਿਣ ਦੀ ਹਿੰਮਤ ਦੁਨੀਆ ਦੇ ਵਿੱਚ। ਸਾਡੇ ਕਲਚਰ 'ਚ ਸਗੋਂ ਹਾਂ ਦੇ ਨਾਅਰੇ ਨੂੰ ਬਹੁਤ ਤਵੱਜੋ ਦਿੱਤੀ ਜਾਂਦੀ ਹੈ, ਕਿਉਂਕਿ ਜਾ ਕੇ ਤੁਸੀਂ ਖਤਮ ਨਹੀਂ ਕਰ ਦਿੰਦੇ। ਅਤੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਤਾਂ ਨਵਾਬ ਮਲੇਰਕੋਟਲਾ ਨੇ ਇੰਨਾ ਹੀ ਕਿਹਾ ਸੀ ਨਾ ਕਿ ਇਹ ਤਾਂ ਛੋਟੇ ਨੇ ਬੱਚੇ, ਜੇ ਲੜ ਰਹੀ ਹੈ ਤਾਂ ਉਹਨਾਂ ਦੇ ਫਾਦਰ ਜਾਂ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਉਹਨਾਂ ਨਾਲ ਤੁਸੀਂ ਜੋ ਵੀ ਚੱਲ ਰਿਹਾ ਤੁਹਾਡਾ ਅਲੱਗ ਗੱਲ ਹੈ। ਅਤੇ ਅੱਜ ਤੱਕ ਉਹਨੂੰ ਯਾਦ ਰੱਖਿਆ ਜਾਂਦਾ, ਹਾਂ ਦਾ ਨਾਅਰਾ ਗੁਰਦੁਆਰਾ ਮਲੇਰਕੋਟਲੇ, ਔਰ ਕਿੰਨੀ ਪਵਿੱਤਰਤਾ ਦੇ ਨਾਲ ਉਹਦਾ ਨਾਂ ਲਿਆ ਜਾਂਦਾ। ਤਾਂ ਇਹ ਹਾਂ ਦੇ ਨਾਅਰੇ ਨੇ ਜਿਹੜੇ ਦੁਨੀਆ ਦੇ ਵਿੱਚੋਂ ਮਾਰੇ ਜਾ ਰਹੇ ਨੇ। ਮੇਰਾ ਖਿਆਲ ਹੈ ਜਿਹੜੇ ਉਸ ਲਈ ਚਾਹੇ ਜਗਮੀਤ ਨੇ ਮਾਰਿਆ, ਚਾਹੇ ਬਲਿੰਕਨ ਨੇ ਮਾਰਿਆ, ਚਾਹੇ ਬਾਕੀ, ਇਹ ਹਾਂ ਦੇ ਨਾਅਰਿਆਂ ਦੀ ਲੜੀ ਮੈਨੂੰ ਲੱਗਦਾ ਇੱਥੋਂ ਵੀ ਟੁੱਟਣੀ ਨਹੀਂ ਚਾਹੀਦੀ। ਜੇ ਇੱਥੇ ਵੀ ਹੁੰਦਾ ਰਹੂਗਾ ਤਾਂ ਰੋਕ ਲੱਗ ਜਾਂਦੀ ਹੈ ਕਿਤੇ ਨਾ ਕਿਤੇ। ਘੱਟੋ ਘੱਟ ਪਬਲਿਕ ਓਪੀਨੀਅਨ ਹੈ, ਜਿਹੜੀ ਵਰਲਡ ਪਬਲਿਕ ਓਪੀਨੀਅਨ ਹੈ, ਲੋਕ ਰਾਏ, ਇਹਦਾ ਅੱਜ ਦੇ ਦੌਰ ਦੇ ਵਿੱਚ ਬਹੁਤ ਬੜਾ ਮਹੱਤਵ ਹੈ। ਜੇ ਲੋਕ ਰਾਏ ਕਿਸੇ ਦੇ ਖਿਲਾਫ ਹੋ ਜਾਂਦੀ ਹੈ ਡੈਮੋਕ੍ਰੇਸੀ ਦੇ ਵਿੱਚ, ਤਾਂ ਉਹਨੂੰ ਆਪਣੇ ਫੈਸਲੇ ਵੀ ਵਾਪਸ ਲੈਣੇ ਪੈਂਦੇ ਨੇ, ਅਤੇ ਦੇਸ਼ ਦੇ ਅੰਦਰ ਵੀ ਇਹੋ ਜਿਹੀ ਲੋਕ ਰਾਏ ਬਣਾਉਣ ਦੀ ਲੋੜ ਹੈ। ਦੇਖੋ ਹੁਣ ਹਾਂ ਦਾ ਕਿੱਥੇ ਤੱਕ ਅਸਰ ਹੁੰਦਾ। ਆਪਾਂ ਵਿਦੇਸ਼ ਤੋਂ ਦੇਸ਼ 'ਤੇ ਆਈਏ, ਪੰਜਾਬ 'ਤੇ ਆਈਏ। ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦੇ ਮਸਲੇ 'ਤੇ ਵੀ ਦਾਣਾ ਖਰਾਬ ਹੋ ਗਿਆ ਅਤੇ ਕਾਫੀ ਚੱਲ ਰਹੀ ਹੈ। ਪਿੱਛੇ ਖਰੀਦ ਵੀ ਬੰਦ ਕਰਤੀ ਸੀਗੀ, ਮੁੜ ਕੇ ਫਿਰ ਸ਼ੁਰੂ ਹੋ ਗਈ ਹੈ। ਇਹ ਕੀ ਮਸਲਾ ਹੈ ਸਾਰਾ? ਅਸਲ ਦੇ ਵਿੱਚ ਤਾਂ ਇਹ ਮਸਲਾ ਬੜਾ ਪਹਿਲਾਂ ਤੋਂ ਹੀ ਪਤਾ ਸੀਗਾ। ਜਦੋਂ ਫਰਵਰੀ ਦੇ ਮਹੀਨੇ ਮੀਂਹ ਪਈ ਗਿਆ, ਲੇਟ ਆ ਕੇ ਮੀਂਹ ਪਿਆ, ਅਤੇ ਮੀਂਹ ਦੇ ਵਿੱਚ ਵੀ ਆਲੂ ਗਲੇ ਬਹੁਤ ਲੋਕਾਂ ਦੇ। ਉਦੋਂ ਤਾਂ ਆਲੂ ਕਿਉਂਕਿ ਥੋੜ੍ਹੀ ਫਸਲ ਹੈ, ਜੇ ਵੱਡੀ ਫਸਲ ਹੈ ਕਣਕ, ਉਦੋਂ ਹੀ ਪਤਾ ਲੱਗਿਆ ਸੀ ਕਿ ਕਣਕਾਂ ਕੁਝ ਡਿੱਗੀਆਂ ਵੀ ਨੇ, ਕੁਝ ਹੋਣ। ਫਿਰ ਮਾਰਚ ਦੇ ਮਹੀਨੇ ਆ ਕੇ ਮਈ ਵਰਗੀ ਗਰਮੀ ਪੈ ਗਈ, ਮਤਲਬ 35-37 ਡਿਗਰੀ ਤੱਕ ਤਾਪਮਾਨ ਚਲਾ ਗਿਆ। ਅਤੇ ਉਹ ਜਿਹੜਾ ਦਾਣਾ ਪੱਕਣ ਨੂੰ ਜਿਹੜਾ ਨਾ ਜਿੰਨਾ ਟੈਂਪਰੇਚਰ ਚਾਹੀਦਾ, ਜਿੰਨਾ ਤਾਪਮਾਨ ਚਾਹੀਦਾ, ਤਾਪਮਾਨ ਉਹ ਤੋਂ ਵੱਧ ਗਿਆ ਅਸਲ ਦੇ ਵਿੱਚ। ਉਹ ਪੂਰਾ ਫੁੱਲ ਨਹੀਂ ਸਕਿਆ, ਪੂਰਾ ਬਣਤਰ ਉਹਦੀ ਬਣ ਨਹੀਂ ਸਕੀ, ਉਹ 'ਚ ਮਾਜੂ ਰਹਿ ਗਏ ਦਾਣੇ, ਮਤਲਬ ਪੂਰੇ ਗਰੋ ਨਹੀਂ ਕੀਤੇ। ਇਹ ਉਹੋ ਜਿਹੀ ਹਾਲ ਹੈ ਜਿਵੇਂ ਆਪਾਂ ਨੋਰਮਲ ਕਹਿੰਦੇ ਆਮ ਮਨੁੱਖੀ ਜ਼ਿੰਦਗੀ 'ਚ ਕਿ ਬੱਚਾ ਸਤਮਾ ਹੈ ਜੀ, ਇਹ ਕਮਜ਼ੋਰ ਹੈ ਜਾਂ ਫਲਾਨਾ ਹੈ, ਮਤਲਬ ਉਹ ਉਸ ਲੈਵਲ ਦਾ ਉਹਨੂੰ ਟੈਨਿਓਰ ਉਹ ਨਹੀਂ ਮਿਲਿਆ। ਹੁਣ ਉਹ ਪਹਿਲਾਂ ਗੌਰਮੈਂਟ ਆਫ ਇੰਡੀਆ ਨੇ ਉਹਦੇ 'ਚ ਛੂਟ ਦਿੱਤੀ ਹੋਈ ਹੈ ਨੋਰਮਲ ਹਾਲਾਤ ਦੀ 6%, ਕਿ ਕੋਈ ਦਾਣਾ ਬਦਰੰਗ ਹੈ, ਕੋਈ ਮਾਜੂ ਹੈ, ਕੋਈ ਬਾਕੀ ਹੈ, ਉਹ 6% ਤੱਕ ਹੈ ਤਾਂ ਤੁਸੀਂ ਖਰੀਦ ਲਓ। ਪਰ ਇਹ ਇਦੋਂ ਪਹਿਲਾਂ ਵੀ ਪਤਾ ਹੈ ਸਾਡੇ ਗੌਰਮੈਂਟ ਆਫ ਇੰਡੀਆ ਕੋਲ ਵੀ, ਪੰਜਾਬ ਗੌਰਮੈਂਟ ਕੋਲ ਵੀ ਮੌਸਮ ਵਿਗਿਆਨੀ ਜ਼ਿਆਦਾ ਨੇ ਕਿਸਾਨਾਂ ਨਾਲੋਂ, ਤਾਂ ਬਾਕੀਆਂ ਨਾਲੋਂ ਸਾਰਾ ਕੁਝ। ਜੇ ਤੁਹਾਨੂੰ ਪਤਾ ਹੈ ਵੀ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਹੈ ਭਾਈ ਕਣਕ ਆਉਣੀ, ਐਤਕੀ ਹਾਲਤ ਨੋਰਮਲ ਨਹੀਂ ਹੈ ਔਰ ਇਹਦੇ ਚਾਂਸ ਜ਼ਿਆਦਾ ਨੇ। ਪਹਿਲਾਂ ਹੀ ਅੰਦਾਜ਼ੇ ਲੱਗਦੇ ਸੀ ਕਿ ਝਾੜ ਘੱਟ ਹੋਊਗਾ, 8 ਤੋਂ 10 ਕੁਆਂਟਲ ਪਰ ਏਕੜ ਝਾੜ ਘੱਟ ਹੈ, ਕਿਸਾਨਾਂ ਦੀ ਆਮਦਨ ਘੱਟ ਰਹੀ ਹੈ ਲਗਾਤਾਰ। ਤਾਂ ਉਦੋਂ ਹੀ ਥੋੜ੍ਹਾ ਜਿਹਾ ਰਿਲੈਕਸੇਸ਼ਨ ਦੇ ਦਿੰਦੇ 2-4%, ਅਤੇ ਮੈਨੂੰ ਲੱਗਦਾ ਇਹ ਰੌਲਾ ਹੀ ਨਹੀਂ ਸੀ ਪੈਣਾ। ਐਤਕੀ ਤਾਂ ਉਹੀ ਕਣਕ ਨਹੀਂ ਰਹਿਣੀ ਵੈਸੇ ਹੀ, ਔਰ ਲੜਾਈ ਲੱਗੀ ਹੋਈ ਹੈ ਯੂਕਰੇਨ ਅਤੇ ਰੂਸ ਦੀ। ਪ੍ਰਾਈਵੇਟ ਪਲੇਅਰ ਇੰਨਾ ਚੱਕਣ ਨੂੰ ਫਿਰਦਾ ਇਹਦੇ 'ਚੋਂ। ਐਤਕੀ ਤਾਂ ਉਹ ਨਾ ਵਿਕਣ ਵਾਲਾ ਕੁਐਸਚਨ ਹੀ ਨਹੀਂ। ਮੈਨੂੰ ਲੱਗਦਾ ਮੱਲੋ ਮੱਲੀ ਦਾ ਕਾਸਟ ਸਿਸਟਮ ਜਿਹੜਾ ਇੱਕ ਖੜ੍ਹਾ ਕਰ ਦਿੱਤਾ ਗਿਆ, ਲਾਪਰਵਾਹੀ ਦਾ ਸਿਸਟਮ। ਸਮੇਂ ਉੱਤੇ ਸਿਆਸੀ ਜਾਂ ਪੋਲੀਟੀਕਲ ਜਾਂ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਨਾ ਹੋਣ ਦੇ ਕਰਕੇ ਇਹ ਰੌਲਾ ਪਿਆ, ਨਹੀਂ ਤਾਂ ਇਹ ਰੌਲਾ ਪੈਣ ਦੀ ਗੁੰਜਾਇਸ਼ ਨਹੀਂ ਸੀ। ਬਲਕਿ ਇਦੋਂ ਅਗਲਾ ਸਵਾਲ ਇਹ ਜ਼ਰੂਰ ਹੈ ਕਿ ਸਾਡੇ ਕੋਲ ਕੋਈ ਸੇਫਟੀ ਨੈਟਵਰਕ ਨਹੀਂ ਹੈ। ਸੇਫਟੀ ਨੈਟਵਰਕ ਦਾ ਮਤਲਬ ਇਹ ਹੈ ਕਿ ਹੁਣ ਇਹ ਕੁਦਰਤੀ ਆਫਤ ਹੈ। ਖੇਤੀ ਤਾਂ ਹੈ ਹੀ ਕੁਦਰਤ ਦੇ ਧੰਦੇ ਨਾਲ ਹੈ, ਜਦੋਂ ਵੀ ਜੇ ਤੁਹਾਡੇ ਮਤਲਬ ਜਿੰਨਾ ਚਿਰ ਮੰਡੀ 'ਚ ਵਿਕ ਨਹੀਂ ਜਾਂਦੀ ਉਹਨਾਂ ਚਿਰ, ਅਤੇ ਜੇ ਉਹਦੇ 'ਚ ਕੋਈ ਨੁਕਸਾਨ ਹੋ ਜਾਂਦਾ ਤਾਂ ਉਹਦੀ ਭਰਪਾਈ ਕਿੱਥੋਂ ਹੋਏਗੀ ਅਤੇ ਕੌਣ ਕਰੇਗਾ, ਕਿਸ ਤਰੀਕੇ ਨਾਲ ਹੋਏਗੀ, ਇਹ ਕੁਝ ਨਹੀਂ ਹੈ। ਅਸੀਂ ਕ੍ਰੌਪ ਇੰਸ਼ੋਰੈਂਸ ਕਈ ਸਟੇਟਾਂ 'ਚ ਲਾਗੂ ਕਰਕੇ ਦੇਖੀ, ਜਿਹੜੀ ਇੰਸ਼ੋਰੈਂਸ ਕੰਪਨੀਆਂ ਨੇ ਉਹ ਮਾਲਾ ਮਾਲ ਹੋ ਗਈਆਂ, ਹਜ਼ਾਰਾਂ ਕਰੋੜਾਂ ਲੈ ਗਈਆਂ, ਅਤੇ ਕਿਸਾਨੀ ਨੂੰ ਕੁਝ ਨਹੀਂ ਮਿਲਿਆ। ਮਤਲਬ ਅੱਜ ਤੱਕ ਇੱਕ ਵੀ ਮੈਕੈਨਿਜ਼ਮ ਬਣਾਉਣ ਦੇ ਵਿੱਚ ਨਾਕਾਮ ਗੌਰਮੈਂਟ ਆਫ ਇੰਡੀਆ ਵੀ ਔਰ ਸੂਬਾ ਸਰਕਾਰਾਂ ਵੀ ਨੇ ਕਿ ਜੇ ਇਹੋ ਜਿਹੀ ਕੋਈ ਗੱਲ ਵਾਪਰ ਜਾਂਦੀ ਹੈ ਤਾਂ ਕੀ ਕਰੀਏ। ਇੱਕ ਨਵਾਂ ਵਰਤਾਂਤ ਹੋਰ ਛੇੜਤਾ ਵੀ ਲੋਕ ਉੱਥੇ ਜੀ ਅਡਾਨੀ ਦੇ ਜਾਂਦੇ ਨੇ ਮੋਗੇ, ਇੰਨੀ ਅਸੀਂ ਉਹਨੂੰ ਘੋਖਦੇ ਵੀ ਨੇ। ਉਹ ਅਡਾਨੀ ਵਾਲਾ ਵੀ ਪਹਿਲਾਂ ਤੋਂ ਹੀ FCI ਨੇ ਠੇਕੇ 'ਤੇ ਲਿਆ ਹੋਇਆ ਉਹ ਕੰਮ,
ਉਹ ਵੀ ਐਫਸੀਆਈ ਦਾ ਮਾਮਲਾ। ਕੋਈ ਇੱਕ ਨਵੀਂ ਬਹਿਸ ਛਿੜਤੀ, ਉਹ ਫਲਾਨਾ ਕਿਸਾਨ ਉੱਥੇ ਗਿਆ ਸੀ, ਇੱਥੇ ਕਿਉਂ ਜਾ ਰਿਹਾ, ਤਾਂ ਇਹ ਤਾਂ ਮਰ ਜਾਣਾ ਚਾਹੀਦਾ ਡੁੱਬ ਕੇ, ਮਤਲਬ ਨਵੀਂ ਉਹ ਬਹਿਸ। ਉਹ ਵੀ ਐਫਸੀਆਈ ਦਾ ਗਡਾਊਨ ਹੈ ਤੇ ਇਹ ਵੀ ਐਫਸੀਆਈ। ਹਾਂ, ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਜਿਹੜਾ ਗਡਾਊਨ ਹੈ ਇਹ ਠੇਕੇ ਤੇ ਕਿਉਂ ਲੈ ਰਹੀ ਹੈ ਜਾਂ ਪਹਿਲਾਂ ਹੀ ਕਿਉਂ ਬਣਵਾਏ ਸੀ। ਇਹਦਾ ਮਤਲਬ ਤੁਸੀਂ ਹੌਲੀ ਹੌਲੀ ਉਹ ਸਾਰਾ ਕੁਝ ਉਹਨਾਂ ਨੂੰ ਪਰੋਸਣ ਦੇ ਕਰਕੇ ਬਣਾਏ ਸੀ ਅਤੇ ਅੰਦੋਲਨ ਕਰਕੇ ਥੋੜ੍ਹਾ ਬਹੁਤ ਰੁਕਾਵਟ ਪੈ ਗਈ, ਤੁਸੀਂ ਉਹਨੂੰ ਮਹਿੰਗਾ ਦੇ ਰਹੇ ਹੋ, ਪੈਸੇ ਜ਼ਿਆਦਾ ਦੇ ਰਹੇ ਹੋ, ਨਹੀਂ ਦੇ ਰਹੇ ਜਾਂ ਨਾ ਲਵੋ, ਇਹ ਇੱਕ ਅਲੱਗ ਗੱਲ ਹੈ, ਇੱਕ ਅਲੱਗ ਟਾਈਪ ਦੀ ਚੀਜ਼ ਦੇਖੀ ਜਾ ਸਕਦੀ ਹੈ। ਔਰ ਫਿਰ ਜਦੋਂ ਸਰਕਾਰੀ ਮੰਡੀਆਂ ਦੇ ਵਿੱਚ, ਜਿੱਥੇ ਬਾਕੀ ਮੰਡੀਆਂ ਨੇ, ਜੇ ਤੁਹਾਡੇ ਮੰਡੀਆਂ ਵਾਲੇ ਇੰਸਪੈਕਟਰ ਅਤੇ ਬਾਕੀ ਦੇ ਲੋਕ ਤੁਹਾਡੇ ਫੈਸਲੇ ਨਾ ਹੋਣ ਦੇ ਕਰਕੇ ਰਿਜੈਕਟ ਕਰਦੇ ਜਾਣਗੇ ਮਾਲ ਨੂੰ, ਉਹਨਾਂ ਨੂੰ 4-4 ਦਿਨ ਬੈਠਣਾ ਪੈਂਦਾ, ਤਾਂ ਕੋਈ ਵੀ ਉੱਥੇ ਚਲਾ ਜਾਊਗਾ ਕਿ ਉੱਥੇ ਤਾਂ ਕੋਈ ਪੁੱਛਦਾ ਨਹੀਂ, ਉੱਥੇ ਜਾ ਕੇ ਟਰਾਲੀ ਲਾਇਆ ਉਹਨੇ, ਮੰਡੀ ਜਾ ਕੇ ਸੱਦ ਪੁੱਛ ਹੁੰਦੀ ਹੈ, ਕਿਸੇ ਨੂੰ ਵੀ ਤੁਸੀਂ ਸੌਖ ਦਿਓਗੇ ਕਿਤੇ ਤਾਂ ਉੱਥੇ ਚਲਾ ਜਾਊਗਾ। ਉਹਨੂੰ ਵੀ ਧਿਆਨ 'ਚ ਰੱਖਣ ਦਾ ਸਵਾਲ ਹੈ ਮੇਰੇ ਖਿਆਲ। ਓਵਰਆਲ ਗੌਰਮੈਂਟਾਂ ਨੂੰ ਇਸ ਪਾਸੇ ਵੱਲ ਇੱਕ ਪੂਰਾ ਧਿਆਨ ਦੇਣ ਦੀ ਲੋੜ ਹੈ ਕਿ ਕਿਸ ਉਹਦੀ ਭਰਪਾਈ ਫਿਰ ਕਿਵੇਂ ਕੀਤੀ ਜਾਏ। ਜੇ 10%, ਜੇ ਉਹਦਾ 25% ਦਾ ਲਾਸ ਹੋ ਗਿਆ 2 ਕੁਆਂਟਲ ਦੇ ਲਿਹਾਜ਼ ਨਾਲ, ਤਾਂ ਉਹਦੀ ਲਾਗਤ ਵੀ ਪੂਰੀ ਨਹੀਂ ਹੋਣੀ, ਅਤੇ ਲਾਗਤ ਦੇ ਵਿੱਚ ਫਿਰ ਜੇ MSP ਤੁਸੀਂ ਕਹਿ ਰਹੇ ਹੋ ਕਿ 3500 ਰੁਪਏ ਕੁਆਂਟਲ ਹੋ ਗਈ ਦੁਨੀਆ ਦੇ ਵਿੱਚ ਕਣਕ, ਤੁਸੀਂ 3500 ਦੀ ਬਜਾਏ 3000 ਵੀ ਦਿਓਗੇ ਜਾਂ ਨਹੀਂ, ਜਾਂ 3200 ਦੇ ਦਿਓ, 3000 ਦੇ ਦੋਗੇ, ਜਾਂ ਉਦੋਂ ਘੱਟ ਦੇ ਦੋਗੇ, 2800 ਦੇ ਦਿਓ, 2700 ਦੇ ਦਿਓ। ਜੇ ਉਹਦੇ ਨੇੜੇ ਤੇੜੇ ਪਹੁੰਚ ਜਾਓਗੇ ਤਾਂ ਸ਼ਾਇਦ ਭਰਪਾਈ ਠੀਕ ਹੋ ਜੇ, ਜੇ ਨੇੜੇ ਤੇੜੇ ਨਹੀਂ ਹੈ ਤਾਂ ਨਹੀਂ ਹੈ। ਜਾਂ ਪ੍ਰਾਈਵੇਟ ਪਲੇਅਰ ਨੂੰ ਕਾਨੂੰਨੀ ਗਰੰਟੀ ਜੇ ਉਸ ਲੈਵਲ 'ਤੇ ਹੋਵੇ, ਹਾਂ ਐਤਕੀ ਘੱਟੋ ਘੱਟ ਕਣਕ MSP ਤੋਂ ਨੇੜੇ, ਤਾਂ ਉਹ ਤਾਂ ਸਰਕਾਰ ਦੀ ਵੀ ਗਰੰਟੀ ਹੈ, ਅਤੇ ਦੂਜਾ ਵੀ ਨਹੀਂ ਖਰੀਦਦਾ ਘੱਟ, ਕਿਉਂਕਿ ਉਹਨੂੰ ਵੱਧ ਪੈਸੇ ਮਿਲਣ ਦੀ ਉਮੀਦ ਹੈ। ਤੁਸੀਂ ਇੱਕ ਗੱਲ ਕੀਤੀ ਹੈ ਵੀ ਇਸ ਵਾਰ ਯੂਕਰੇਨ ਅਤੇ ਰੂਸ ਦੀ ਜੰਗ ਕਰਕੇ ਕਣਕ ਜੈਸੀ ਵੀ ਹੈ ਮਾੜਾ ਮੋਟਾ ਚੱਲੀ ਜਾ ਰਿਹਾ, MSP ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਗਲਾ ਖੁਦਾ ਨਾ ਖਾਸਤਾ ਅਗਲਾ ਸੀਜ਼ਨ ਦੇ ਵਿੱਚ ਵੀ ਫਸਲ 'ਤੇ ਥੋੜ੍ਹਾ ਬਹੁਤਾ ਅਸਰ ਪੈਂਦਾ ਮੌਸਮ, ਕੋਈ ਮੌਸਮ ਦਾ ਜਿਸ ਹਿਸਾਬ ਨਾਲ ਮਿਜਾਜ ਬਦਲ ਰਿਹਾ ਹੈ ਗਲੋਬਲ ਵਾਰਮਿੰਗ ਕਰਕੇ, ਜੇ ਇੱਦਾਂ ਹੀ ਰਿਹਾ ਅਤੇ ਜੰਗ ਨਹੀਂ ਰਹਿੰਦੀ, ਅਤੇ ਉਸ ਵੇਲੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ MSP 'ਤੇ ਇੱਦਾਂ ਹੀ ਖਰੀਦੀ ਜਾਊਗੀ? ਮੈਨੂੰ ਲੱਗਦਾ 1-2 ਸਾਲ ਸ਼ਾਇਦ ਅਜੇ ਖਰੀਦੀ ਜਾਊਗੀ। ਉਹਦਾ ਰੀਜਨ ਹੈ ਆਹ ਸਾਰਾ ਉੱਡ ਗਿਆ, ਕਹਿੰਦੇ ਸਾਡੇ ਕੋਲ ਸਟਾਕ ਇੰਨਾ ਪਿਆ। ਅੱਜ ਕੱਲ੍ਹ ਗੌਰਮੈਂਟ ਆਫ ਇੰਡੀਆ ਕਹਿੰਦੇ ਵੀ ਉੱਥੋਂ ਹੀ ਮੰਡੀ 'ਚ ਨਾ ਭੇਜੋ, ਟਰੱਕ ਸਿੱਧਾ ਰੇਲਵੇ ਲਾਈਨ 'ਤੇ ਲਾ ਦਿਓ, ਤਾਂ ਕਿ ਉਹਨਾਂ ਸਟੇਟਾਂ 'ਚ ਸਟਾਕ ਐਡਾ ਵੀ ਜ਼ਿਆਦਾ ਨਹੀਂ। ਸਾਡੇ ਕੋਲ ਲੋਕਾਂ ਦੀ ਪਰਚੇਜਿੰਗ ਪਾਵਰ ਨਹੀਂ ਹੈ ਅਸਲ ਦੇ ਵਿੱਚ ਖਰੀਦਣ ਦੀ। ਹੁਣ ਇਹਨਾਂ ਨੇ ਫੈਸਲਾ ਕੀਤਾ ਹੋਇਆ, ਵੋਟਾਂ ਸੀ ਅੱਗੇ ਵੀ ਆ ਰਹੀਆਂ ਨੇ ਕਿ ਫ੍ਰੀ ਰਾਸ਼ਨ ਦੇਣਾ 80 ਕਰੋੜ ਨੂੰ UP 'ਚ, ਇੱਥੇ ਅਤੇ ਨਹੀਂ ਬਚੇ ਸਟਾਕ, ਉਸ ਪੱਧਰ ਦੇ ਉੱਤੇ ਨਹੀਂ ਬਚਣਗੇ। ਸਾਡੇ ਕੋਲ ਸਟਾਕ ਬਾਫਰ ਨਹੀਂ ਹੈ। ਬਾਫਰ ਦਾ ਮਤਲਬ 5-4 ਸਾਲ ਲਈ ਤਾਂ ਹੋਣਾ ਚਾਹੀਦਾ, ਬਾਕੀ ਕੋਈ ਕਲਾਈਮੇਟੀ ਹੋ ਜਾਏ, ਨੈਚੁਰਲ ਹੋ ਜਾਏ, ਜਾਂ ਕੋਈ ਮੈਨ ਮੇਡ ਹੋ ਜਾਏ, ਉਹਦੇ ਲਈ ਬਚਾ ਕੇ ਰੱਖਣੇ ਨਾ। ਐਦੋਂ ਵੱਡਾ ਨਹੀਂ ਹੈ। ਉਹ ਵੀ ਬਰਸਾਤ ਗਲਤ ਛੇੜਿਆ ਹੋਇਆ। ਅਸੀਂ ਅਨਾਜ ਤਾਂ 2 ਝਟਕੇ ਲੱਗਣ ਦੇ ਨਾਲ ਉੱਡ ਜੂਗਾ, ਇੱਥੇ ਦੰਗੇ ਹੋਣਗੇ ਅਨਾਜ ਦੇ ਰੂਪ ਦੇ ਵਿੱਚ। ਇਸ ਕਰਕੇ ਕੇਵਲ ਕਾਰਪੋਰੇਟ ਦੇ ਵੱਲ ਧੱਕ ਕੇ ਲਿਜਾਣ ਦਾ ਜਿਹੜਾ ਇੱਕ ਤਰੀਕਾ, ਉਹ ਮੈਨੂੰ ਲੱਗਦਾ ਦੇਸ਼ ਦੀ ਓਵਰਆਲ ਫੂਡ ਸਿਕਿਉਰਿਟੀ ਲਈ ਵੀ ਫਾਇਦੇਮੰਦ ਨਹੀਂ। ਪੰਜਾਬ ਤਾਂ ਚਾਹੁੰਦਾ ਇਹਦੇ ਤੋਂ ਡਾਇਵਰਸੀਫਿਕੇਸ਼ਨ ਹੋਣਾ, ਕਿਉਂਕਿ ਸਾਡੇ ਨੈਚੁਰਲ ਰਿਸੋਰਸਿਸ ਦਾ ਮਾਮਲਾ ਹੈ ਕਿ ਅਸੀਂ ਕਣਕ ਝੋਨੇ ਤੋਂ ਖਹਿੜਾ ਛਡਾਈਏ, ਸਾਡਾ ਪਾਣੀ ਬਚ ਜੇ, ਸਾਡੀ ਆਬੋ ਹਵਾ ਬਚ ਜੇ, ਸਾਡੀ ਬਾਕੀ ਸਾਨੂੰ ਇਹਦੇ 'ਚ ਸਪੋਰਟ ਕਰ ਦਿਓ ਅਤੇ ਇਹਦੇ 'ਚੋਂ ਅਸੀਂ ਡਾਇਵਰਸੀਫਾਈ ਕਰ ਲਈਏ। ਬਾਕੀ ਨਹੀਂ ਮੈਨੂੰ ਲੱਗਦਾ ਕਿ ਅਨਾਜ ਦਾ ਕੋਈ ਇੰਨਾ ਜ਼ਿਆਦਾ ਕੋਈ ਬਹੁਤਾਤ ਹੋ ਗਈ ਹੈ ਜੇ ਸਾਡੇ ਕੋਈ ਖਰੀਦੂਗਾ ਹੀ ਨਹੀਂ। ਕਿੰਨੇ ਦੇਸ਼ਾਂ ਦੇ ਵਿੱਚ ਅਜੇ ਅਨਾਜ ਦੀ ਲੋੜ ਹੈ। ਰੌਲਾ ਇਹ ਹੈ ਕਿ ਉੱਥੇ ਪਰਚੇਜਿੰਗ ਪਾਵਰ ਨਹੀਂ ਹੈ। ਜੇ ਦੰਗੇ ਹੋਣਗੇ ਤਾਂ ਸਰਕਾਰਾਂ ਖਰੀਦ ਕੇ ਦੇਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਨਾ, ਅਤੇ ਉਹ ਵੀ ਦੇਖਣ ਦਾ ਸਵਾਲ ਹੈ। ਪਰ ਹਾਂ, ਇੱਕ ਦੂਜੀ ਡਿਮਾਂਡ ਜਿਹੜੀ ਹੋ ਹੀ ਰਹੀ ਹੈ ਕਿ ਬਾਕੀ ਫਸਲਾਂ 'ਤੇ ਵੀ MSP ਦੀ ਗਰੰਟੀ ਦੇ ਦਿਓ ਖਰੀਦ ਦੀ, ਤਾਂ ਇਹ ਅਨਾਜ ਵਾਲੀ ਪਹਿਲੂ ਵੈਸੇ ਹੀ ਘੱਟ ਜੂਗਾ ਕੁਛ। ਫਿਰ ਲੋਕ ਅੱਧੇ ਜੇ ਆਪਦੇ ਹਾਲਾਤ ਦੇ ਮੁਤਾਬਕ, ਆਪਣੇ ਖੇਤਰ ਦੇ ਮੁਤਾਬਕ ਉਹ ਫਸਲਾਂ ਬੀਜਣ ਲੱਗ ਜਾਣਗੇ, ਆਪਣੇ ਆਪ ਬੈਲੈਂਸ ਬਣ ਜਾਊਗਾ। ਜੇ ਗੌਰਮੈਂਟ ਬੈਲੈਂਸ ਚਾਹੁੰਦੀ ਹੈ ਤਾਂ ਇਸ ਤਰੀਕੇ ਨਾਲ ਬਣਨਾ, ਜੇ ਕਾਰਪੋਰੇਟ ਹੀ ਚਾਹੁੰਦੀ ਹੈ ਤਾਂ ਫਿਰ ਇਸੇ ਤਰੀਕੇ ਨਾਲ ਚੱਲਦਾ ਜਾਣਾ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਇਹ ਸੀ ਅੱਜ ਦੀ ਗੱਲ। ਕੱਲ੍ਹ ਫਿਰ ਮਿਲਾਂਗੇ।